मार्च महीने का दूसरा हफ्तावारी प्रोग्राम लैके बलजिंदर सिंह अटवाल हाज़र है। सारे ही दर्शकों को सत श्री अकाल ते आप सारिਆਂ ਦਾ ही प्रोग्राम ਦੇ ਵਿੱਚ बहुत बहुत स्वागत है। पंजाब 'ਚ बहुत वड्डी सियासी क्रांति आई है। पंजाबियों ने किसानी मोर्चे तो बाद दूजी वार अपनी ताकत ਅਤੇ जागरूकता की मिसाल पेश की है। पहली वार पंजाब ਦੇ ਵਿੱਚ तीजा सियासी बदल लैके आंदा है। आम आदमी पार्टी ने हुंजा फेर इतिहासिक जित हासिल की है। भगवंत मान की कमांड हेठ पंजाब 'ਚ वड्डी पद्धर ते सुधारां की आस वजी है। शुभ इच्छावां ते मुबारकां पेश करते हाँ। जित तो बाद भगवंत मान की पहली स्पीच दीआं टुकड़ियां भी अगे चल के हाज़र करांगे। होर सैगमेंट्स अते मनोरंजन भी होवेगा। सब तो पहला मैं धन्नवाद करना चाहता हाँ रैड FM के जिन्ने भी स्रोते हैं जिन्हें 7 मार्च ਨੂੰ यूक्रेन के पीड़ितों की मदद के वास्ते रेडियोथॉन लई आस नालों वध दिल खोल के दान दिता। रैड FM ਅਤੇ ਸਾਂਝਾ TV ਦਾ ਇਹ ਸਾਂਝਾ ਉਪਰਾਲਾ ਸੀ ਜਿਸ ਦੇ ਵਿੱਚ 3 ਲੱਖ ਤੋਂ ਵੀ ਵੱਧ ਦਾਨ ਇਕੱਤਰ ਹੋਇਆ। ਅੱਜ ਯੂਕਰੇਨ ਦੇ ਵਿੱਚ ਰਸ਼ੀਆ ਦੇ ਹੋਏ ਹਮਲੇ ਤੋਂ ਪਿੱਛੋਂ ਜਿਹੜੇ ਯੁੱਧ ਦੇ ਵਿਕਟਮ ਬਣੇ ਨੇ, ਇਸ ਜੰਗ ਦੇ ਵਿਕਟਮ ਬਣੇ ਲੋਕ ਨੇ, ਉਹਨਾਂ ਦੀ ਮਦਦ ਲਈ ਰੈਡ FM ਵੱਲੋਂ ਤੇ ਸਾਂਝਾ TV ਵੱਲੋਂ ਇੱਕ ਸਮੁੱਚੇ ਤੌਰ ਦੇ ਉੱਤੇ ਰੇਡੀਓਥਾਨ ਕੀਤਾ ਗਿਆ ਹੈ। Red FM. But we need to make sure always we stand with the community across the country. My sincerest gratitude to the South Asian community. You are incredible. और साडे सिर मत्थे ते तुहाडे हरेक कॉल्स हरेक जिहड़ा $1 आया। We are known as generous and loving people. पर ਜਿਹੜਾ ਅੱਜ ਸਾਰਿਆਂ ਦੇ ਸਹਿਯੋਗ ਨਾਲ ਇਕੱਠਾ ਹੋਇਆ ਉਹ 300,000 $3 ਲੱਖ ਅੱਜ ਇਕੱਠਾ ਹੋਇਆ। ਜਿੰਨੇ ਵੀ ਵॉलंटियर्स ਨੇ ਅੱਜ ਸਾਡਾ ਸਾਥ ਦਿੱਤਾ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। I just want to thank all the listeners who've contributed today to make one statement that we stand with the people of Ukraine. ਸਾਰਿਆਂ ਨੂੰ ਧੰਨਵਾਦ ਕਰਨਾ, ਸਾਰੀਆਂ ਆਰਗੇਨਾਈਜੇਸ਼ਨ ਦਾ, ਸਾਰੇ ਵਲੰਟੀਅਰਸ ਦਾ। All Canadians stand united for Ukraine and the Ukrainian people. So thank you. Dyakuyu. ਤੇ ਡੋਨਰਸ ਦਾ ਬਹੁਤ ਬਹੁਤ ਧੰਨਵਾਦ, ਸਾਰੇ ਵੋਲੰਟੀਅਰਸ ਦਾ ਬਹੁਤ ਬਹੁਤ ਧੰਨਵਾਦ, ਸਾਰੀ ਕਮਿਊਨਿਟੀ ਦਾ ਔਰ ਰੈਡ FM ਦੇ ਸਟਾਫ ਦੇ ਨਾਲ ਜਿੰਨੇ ਵੀ ਵਲੰਟੀਅਰਸ ਅੱਜ ਸਵੇਰ ਤੋਂ ਆਏ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। सो सारे ही दानियां दा एक बारी फिर बहुत बहुत धन्नवाद। लंघे मंगलवार 8 मार्च ਨੂੰ ਅਮਰਜੋਤ ਅਤੇ ਅਮਰ ਸਿੰਘ ਚਮਕੀਲੇ ਦੀ ਬਰਸੀ ਸੀ। 8 ਮਾਰਚ 1988 ਨੂੰ ਪਿੰਡ ਮਹਿਸਮਪੁਰ ਦੇ ਵਿੱਚ ਉਹਨਾਂ ਦਾ ਬੜੀ ਬੇਰਹਿਮੀ ਦੇ ਨਾਲ ਗੋਲੀਆਂ ਨਾਲ ਭੁੰਨ ਕੇ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਯਾਦ ਕਰਦਿਆਂ ਇੱਕ ਵਿਸ਼ੇਸ਼ ਸੈਗਮੈਂਟ ਹਾਜ਼ਰ ਹੈ। ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਅਸ਼ੋਕ ਭੌਰਾ ਜੀ ਸਾਡੇ ਨਾਲ ਗੱਲਬਾਤ ਕਰਨਗੇ। ਅਸ਼ੋਕ ਭੌਰਾ ਦਾ ਨਾਂ ਕੋਈ ਨਵਾਂ ਨਾਂ ਨਹੀਂ ਹੈ। ਤੁਸੀਂ ਅਜੀਤ ਅਖਬਾਰ ਵਿੱਚ ਪਿਛਲੇ 30 ਸਾਲਾਂ ਤੋਂ ਉਹਨਾਂ ਦੇ ਆਰਟੀਕਲ ਪੜ੍ਹਦੇ ਆ ਰਹੇ ਹੋ। ਮੇਰੇ ਸਮਿਆਂ ਦੀ ਗਾਇਕੀ ਦੇ ਵਿੱਚ ਉਹਨਾਂ ਨੇ ਜਿਹੜੇ ਗਾਉਣ ਵਾਲਿਆਂ ਨਾਲ ਵਿਚਰਦੇ ਰਹੇ ਨੇ ਉਹਨਾਂ ਦੀ ਜ਼ਿੰਦਗੀਆਂ ਬਾਰੇ ਬਹੁਤ ਵਧੀਆ ਲੇਖ ਲਿਖੇ ਨੇ। ਭਾਵੇਂ ਉਹ ਚਮਕੀਲਾ ਸੀ, ਜਗਮੋਹਨ ਕੌਰ ਜੀ ਸਨ, ਕੁਲਦੀਪ ਮਾਣਕ ਸੀ ਜਾਂ ਉਹ ਦਿਦਾਰ ਸੰਧੂ ਸਨ, ਤਾਂ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਹੋਇਆਂ ਬਹੁਤ ਵਧੀਆ ਗੱਲਾਂ ਦੱਸੀਆਂ ਨੇ। ਜੀ ਆਇਆਂ ਨੂੰ ਜੀ। ਥੈਂਕ ਯੂ ਸਿੰਘ ਸਾਹਿਬ। ਤੇ ਦੇਸ਼ ਪ੍ਰਦੇਸ਼ ਵੇਖਣ ਵਾਲੇ ਸਾਰੇ
ਦਰਸ਼ਕਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਔਰ ਤੁਹਾਡੇ ਜ਼ਰੀਏ ਮੈਨੂੰ ਬਹੁਤ ਸਾਰੇ ਆਪਣੇ ਹਰਮਨ ਪਿਆਰੇ ਮਿੱਤਰਾਂ ਨਾਲ, ਆਪਣੇ ਸਰੋਤਿਆਂ ਨਾਲ, ਆਪਣੇ ਲਿਸਨਰ ਨਾਲ ਜਿਹੜਾ ਮਿਲਣ ਦਾ ਅੱਜ ਤੁਹਾਡੇ ਜ਼ਰੀਏ ਮੌਕਾ ਮਿਲਿਆ। ਮੇਰੇ ਸਮੇਂ ਦੀ ਗਾਇਕੀ ਦੇ ਵਿੱਚ ਤੁਸੀਂ ਚਮਕੀਲੇ ਬਾਰੇ ਵੀ ਇੱਕ ਆਰਟੀਕਲ ਤੁਹਾਡਾ ਛਪਿਆ ਸੀ। ਚਮਕੀਲਾ ਹਾਲੇ ਵੀ ਬਹੁਤ ਪਾਪੂਲਰ ਸਿੰਗਰ ਹੈ, ਹਾਲੇ ਵੀ ਸੀਡੀਆਂ ਉਹਦੀਆਂ ਵੱਧ ਵਿਕਦੀਆਂ ਨੇ ਬਾਕੀ ਗਾਉਣ ਵਾਲਿਆਂ ਨਾਲੋਂ। ਉਹਦੇ ਬਾਰੇ ਤੁਸੀਂ ਦੱਸਿਆ ਸੀ ਕਿ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਖਾੜਕੂਆਂ ਕੋਲੇ ਲੈ ਗਏ ਸੀ, ਮਾਨੋ ਚਾਹਲ ਨਾਲ ਉਹਦੀ ਮੀਟਿੰਗ ਵੀ ਕਰਵਾਈ, ਲੇਕਿਨ ਉਹਨੂੰ ਬਚਾ ਨਹੀਂ ਸਕੇ। ਕੀ ਹੋਇਆ ਉਦੋਂ, ਮੈਨੂੰ ਦੱਸੋ ਜ਼ਰਾ। ਉਹਦੇ ਨਾਲ ਤੁਹਾਡਾ ਜਿਹੜਾ ਬਿਤਾਇਆ ਹੋਇਆ ਸਮਾਂ ਸੀ, ਉਹ ਤੁਸੀਂ ਵੀ ਉਦੋਂ ਜੱਦੋ ਜਹਿਦ ਦੇ ਵਿੱਚ ਸੀ, ਕੀ ਹੋਇਆ ਉਦੋਂ? ਦੇਖੋ, ਜਿਹੜਾ ਸਾਡਾ ਬਚਾਉਣ ਵਾਲਾ ਸੀ, ਵੈਸੇ ਤਾਂ ਉਹ ਵਕਤ ਇੱਦਾਂ ਦਾ ਸੀ ਵੀ ਕੋਈ ਦਾਅਵਾ ਨਹੀਂ ਕਰ ਸਕਦੇ ਕਿ ਵੀ ਕੋਈ ਕਿਸੇ ਨੂੰ ਬਚਾ ਸਕੇਗਾ, ਪਰ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਸੀ ਵੀ ਸ਼ਾਇਦ ਇਹ ਬਚ ਜਾਵੇ। ਇੱਦਾਂ ਉਹ ਜਿਹੜੇ ਹਾਲਾਤ ਪੈਦਾ ਕਰਨ ਵਾਲੀ ਕਹਾਣੀ ਸੀ, ਉਹਦੇ ਵਿੱਚ ਅਸੀਂ ਥੋੜ੍ਹੀ ਜਿੰਨੀ ਵੀ ਸਾਡੀ ਕੰਟਰੀਬਿਊਸ਼ਨ ਸੀ ਉਹ ਅਸੀਂ ਪਾਈ ਆ। ਔਰ ਉਹਦਾ ਪਾਉਣ ਦਾ ਕਾਰਨ ਸਿੰਘ ਸਾਹਿਬ ਇੱਕ ਸੀਗਾ ਵੀ ਹਿਊਮਨ ਬੀਇੰਗ ਜਦੋਂ ਅਸੀਂ ਕਿਤੇ ਵਿਚਾਰ ਕਰਦੇ ਹਾਂ ਤੇ ਇਸ ਗੱਲ ਨੂੰ ਮੰਨਣਾ ਪਊਗਾ ਕਿ ਚਮਕੀਲੇ ਵਰਗਾ ਇਨਸਾਨ ਹੀ ਅਸਲ 'ਚ ਕੋਈ ਨਹੀਂ ਸੀ। ਦੇਖੋ, ਉਹਦੀ ਪਹਿਲੀ ਗੱਲ ਇਹ ਹੈਗੀ ਸੀ ਹਰ ਬੰਦੇ ਨੂੰ ਜੀ ਕਹਿਣਾ, ਔਰ ਇੰਨਾ ਕਿ ਇਸ ਹੱਦ ਤੱਕ ਲਿਪ ਕੇ ਉਹ ਵਿਚਰਦਾ ਰਿਹਾ ਬੰਦਾ ਵੀ ਜਿਹਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਪਰ ਅਸੀਂ ਤਾਂ ਉਹਨੂੰ ਇਹ ਸਮਝਦੇ ਹਾਂ ਜਿਵੇਂ ਉਹ ਗਾਉਂਦਾ ਸੀ, ਮੇਰੇ ਕੋਲ ਗੰਡਾਸਾ ਤਿੱਖਾ ਕਰਕੇ ਤੇਰੇ ਭਰਾਵਾਂ ਨੂੰ ਵੱਢ ਦੂੰਗਾ, ਨਸ਼ਿਆਂ ਦੀ ਗੱਲ ਕਰਦਾ, ਸੈਕਸ ਦੀ ਗੱਲ ਕਰਦਾ, ਵਾਇਲੈਂਸ ਦੀ ਗੱਲ ਕਰਦਾ ਹੈ। ਚਮਕੀਲੇ ਨੂੰ ਕਈ ਲੋਕ ਤਾਂ ਸਮਝਦੇ ਆ ਕਿ ਆਪ ਵੀ ਖੁਦ ਬਹੁਤ ਬਦਮਾਸ਼ ਹੋਣਾ ਹੈ, ਲੇਕਿਨ ਉਹਦੀ ਜਿਹੜੀ ਪਰਸਨਲ ਜ਼ਿੰਦਗੀ ਸੀ ਤੁਸੀਂ ਨੇੜੇ ਹੋ ਕੇ ਵੇਖੀ ਆ। ਦੇਖੋ, ਚਮਕੀਲੇ ਨੇ ਜਿਹੜੀ ਪਿੰਡਾਂ ਦੀ ਜ਼ਿੰਦਗੀ ਤੇ ਪੰਜਾਬ ਦੇ ਸੱਭਿਆਚਾਰ ਦੇ ਸ਼ਬਦ ਲੈ ਕੇ ਨਵੇਂ ਅਲੰਕਾਰ, ਨਵੇਂ ਸ਼ਬਦ ਔਰ ਇਹੋ ਜਿਹੀਆਂ ਸਿਮਲੀਜ਼ ਤੇ ਤਸ਼ਬੀਹਾਂ ਦਿੱਤੀਆਂ ਨੇ ਜਿਹੜੀਆਂ ਅੱਜ ਵੀ ਪੰਜਾਬ ਦੇ ਕਲਚਰ ਨੂੰ, ਕੰਮੀ ਵਰਗ ਨੂੰ, ਕਪਾਹਾਂ ਚੁਗਣ ਵਾਲੀਆਂ ਕੁੜੀਆਂ ਦੀ ਜ਼ਿੰਦਗੀ ਨੂੰ ਉਹ ਡਿਪਿਕਟ ਕਰਦਾ। ਲੇਕਿਨ ਐਜ਼ ਏ ਇਨਸਾਨ, ਇੰਡੀਵਿਜੂਅਲ ਦੇ ਤੌਰ ਤੇ ਕਿਵੇਂ ਸੀ? ਮੈਂ ਇੰਡੀਵਿਜੂਅਲ ਦੇ ਤੌਰ ਤੇ ਮੇਰੀਆਂ ਅੱਖਾਂ ਨਾਲ ਵਾਪਰੀਆਂ ਹੋਈਆਂ 3 ਘਟਨਾਵਾਂ ਦਾ ਤੁਹਾਡੇ ਨਾਲ ਜ਼ਿਕਰ ਕਰਾਂਗਾ। ਪਹਿਲੀ ਗੱਲ ਕਿ ਫਗਵਾੜੇ ਸ਼ਹਿਰ 'ਚ ਉਹਦਾ ਵਿਆਹ ਹੋਣਾ, ਆਪਣੇ ਹਿੰਦੂ ਮੈਰਿਜ ਐਕਟ ਮੁਤਾਬਕ ਦੂਜੀ ਮੈਰਿਜ ਕਰਨ ਲਈ ਕਈ ਕੁਝ ਕਰਨਾ ਪੈਂਦਾ। ਉਹਨੇ ਇਦਾਂ ਦਾ ਕੁਝ ਨਹੀਂ ਕੀਤਾ ਕਿ ਕੋਈ ਧਰਮ ਪਰਿਵਰਤਨ ਨਹੀਂ ਕੀਤਾ, ਹੋਰ ਕੁਝ ਨਹੀਂ ਕੀਤਾ, ਪਰ ਉਹਨੇ ਕਰ ਗਿਆ। ਪਹਿਲੀ ਪਤਨੀ ਦੀ ਸਹਿਮਤੀ ਨਾਲ ਕਰ ਗਿਆ, ਹਾਲਾਤ ਨਾਲ ਕਰ ਗਿਆ, ਜਾਂ ਕਲਾ ਕਰਕੇ ਕਰ ਗਿਆ। ਫਗਵਾੜੇ 'ਚ ਉਹਦਾ ਵਿਆਹ ਹੋਣਾ, ਅਮਰਜੋਤ ਦੀ ਮੰਗ 'ਚ ਦੂਜੀ ਵਾਰੀ ਕਿਸੇ ਔਰਤ ਦੀ ਮੰਗ 'ਚ ਸੰਧੂਰ ਪਾਉਣਾ, ਉਹ ਵੀ ਘਟਨਾ ਸਾਡੀਆਂ ਅੱਖਾਂ ਦੇ ਸਾਹਮਣੇ ਵਰਤੀ। ਉਹ ਵੀ ਘਟਨਾ ਵਾਪਰੀ ਜਦੋਂ ਵਿਆਹ ਕਰਾਉਣ ਤੋਂ ਬਾਅਦ ਲੁਧਿਆਣੇ ਦੇ ਚੰਡੀਗੜ੍ਹ ਰੋਡ 'ਤੇ ਜਮਾਲਪੁਰ ਪਿੰਡ ਹੈ, ਜਿਹੜਾ ਹਰਚਰਨ ਗਰੇਵਾਲ ਦਾ ਪਿੰਡ ਹੈ, ਉਹਦੀ ਕਲੋਨੀ, ਇੱਕ ਜਮਾਲਪੁਰ ਕਲੋਨੀ ਕਹਿੰਦੇ ਸੀ, ਉੱਥੇ ਉਹਦਾ ਘਰ ਲੈ ਕੇ ਉੱਥੇ ਪ੍ਰਵੇਸ਼ ਕਰਨਾ, ਉਹ ਵੀ ਸਾਡੇ ਨਾਲ ਇੱਕ ਯਾਦ ਵਾਲੀ ਗੱਲ ਸੀ। ਤੀਜੀ ਗੱਲ ਕਿ ਉਸੇ ਘਰ 'ਚ ਫਿਰ ਦੋਵਾਂ ਦੀਆਂ ਲਾਸ਼ਾਂ ਵਿਛਣੀਆਂ, ਉਹ ਅੱਖਾਂ ਨਾਲ ਦੇਖਣੀਆਂ, ਉਹ ਵੀ ਇੱਕ ਘਟਨਾ ਸੀ ਜ਼ਿੰਦਗੀ ਦੀ। ਪਰ ਇਸ ਦੌਰਾਨ ਜਿਹੜੀ ਚਮਕੀਲੇ ਦੀ ਗੱਲ ਹੈ ਉਹ ਇਹ ਹੈ ਕਿ ਐਕਚੁਅਲੀ ਜੋ ਉਸ ਹਿਸਾਬ ਨਾਲ ਉਹ ਗਾ ਗਿਆ, ਜਿੰਨਾ ਉਹਨੂੰ ਭੰਡ ਦਿੱਤਾ ਗਿਆ, ਮੈਂ ਸਮਝਦਾ ਉੱਦਾਂ ਦਾ ਕੋਈ ਬਹੁਤੀ ਖਾਸ ਗੱਲ ਨਹੀਂ ਸੀ। ਵੀ ਅੱਜ ਸਿੰਘ ਹੋਰਾਂ ਨੇ ਮੇਰਾ ਖਿਆਲ ਗੱਲ ਕਿਤੇ ਅੱਗੇ ਵੀ ਕਰ ਦਿੱਤੀ ਉਸ ਤੋਂ ਜ਼ਿਆਦਾ। ਹੁਣ ਤਾਂ ਛੱਡੇ ਹੀ ਕੱਖ ਨਹੀਂ। ਜਿਹੜੀ ਦੂਸਰੀ ਗੱਲ ਹੈਗੀ ਆ ਕਿ ਭੰਡਣ ਦੇ ਨਾਲ ਮੈਂ ਦੂਜਾ ਸ਼ਬਦ ਇਹ ਵੀ ਕਹੂੰਗਾ ਕਿ ਉਹਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਘਟੀ ਨਹੀਂ। ਚਮਕੀਲੇ ਨੂੰ ਅੱਜ ਵੀ ਕਿਉਂ ਸੁਣਿਆ ਜਾ ਰਿਹਾ? ਉਹਦੀਆਂ ਆਡੀਓ ਕੈਸਟਾਂ ਨੂੰ, ਐਲਬਮ ਨੂੰ ਰਿਲੀਜ਼ ਕਰਨ ਵਾਲੀ ਕੰਪਨੀ ਨੂੰ ਪੁੱਛ ਕੇ ਵੇਖੋ, ਜਿਹਨੂੰ ਅੱਜ ਵੀ ਸਭ ਤੋਂ ਵੱਧ ਰੈਵਨਿਊ ਇਹਦੇ ਤੋਂ ਆ ਰਿਹਾ। ਕੋਈ ਤਾਂ ਕਾਰਨ ਹੁੰਦਾ ਹੈ। ਸੁਰਜੀਤ ਪਾਤਰ ਦੇ ਕਹਿਣਾ ਹੋਊਗਾ ਵੀ ਕੋਈ ਤੇ ਖੰਭ ਹੁੰਦਾ ਹੈ, ਬਣਦੀ ਹੈ ਜਿਸ ਤੋਂ ਡਰ, ਐਵੇਂ ਤੇ ਕੰਧਾਂ ਵੀ ਕਿਸੇ ਦੀ ਚੁਗਲੀ ਨਹੀਂ ਕਰਦੀਆਂ। ਕੋਈ ਤਾਂ ਉਹਦੇ ਅੰਦਰ ਗੱਲ ਸੀ। ਫਿਰ ਜਿਸ ਇਨਸਾਨ ਦੀ ਇੰਨੀ ਪਾਪੂਲਰਿਟੀ ਸੀ, ਉਹਨੂੰ ਵੀ ਪਤਾ ਲੱਗਿਆ ਜਦੋਂ ਹੁਣੀ ਕਈ ਪਾਸਿਆਂ ਤੋਂ ਸਿਗਨਲ ਦੇਵੇ, ਹੁਣੀ ਕਈ ਪਾਸਿਆਂ ਤੋਂ ਬੂਹੇ ਦੇ ਹਰ ਬੂਹਾ ਵੀ ਖੜਕਾਵੇ, ਵਾਰੀ ਵੀ ਖੜਕਾਵੇ, ਹਰ ਬਿੜਕ ਜਿਹੜੀ ਆ ਉਹ ਹੋਣੀ ਦੇ ਨਾਂ ਨਾਲ ਸ਼ੁਰੂ ਹੋਵੇ, ਉੱਦਾਂ ਦੀ ਉਹ ਸਥਿਤੀ ਚਮਕੀਲਾ ਕਰ ਗਿਆ। ਜਦੋਂ ਤੁਹਾਨੂੰ ਮਿਲਿਆ ਇਸ ਸਥਿਤੀ ਦੇ ਵਿੱਚ, ਫਿਰ ਤੁਸੀਂ ਖਾੜਕੂਆਂ ਕੋਲ ਲੈ ਕੇ ਗਏ ਮਾਫੀ ਮੰਗਣ ਲਈ? ਮੈਂ ਲੈ ਕੇ ਨਹੀਂ, ਮੈਂ ਨਾਲ ਜਾਣ ਵਾਲਿਆਂ 'ਚ ਸ਼ਾਮਲ ਸੀ। ਮੈਂ ਵੀ ਥੋੜ੍ਹੀ ਜਿਹਾ ਲੈ ਕੇ ਜਾਣ ਵਾਲੇ ਉਹੀ ਸੀਗੇ ਜਿਨ੍ਹਾਂ ਕੋਲ ਨੇ ਜਾਣਾ ਸੀ। ਅੱਛਾ, ਇਹ ਵੀ ਸੀ। ਤੇ ਪਰ ਉਹ ਗਿਆ, ਉਹਨੇ ਆਪਣੀ ਸਾਰੀ ਸਿਚੁਏਸ਼ਨ ਜੋ ਸਥਿਤੀ ਸੀ ਸਪਸ਼ਟ ਕੀਤੀ। ਔਰ ਉਹ ਇੱਕ 7-8 ਘੰਟੇ ਦਾ ਇੱਕ ਦਿਨ 'ਚ ਐਸਾ ਵੀ ਸਮਾਂ ਰਿਹਾ ਵੀ ਜਦੋਂ ਉਹ ਦਿਨ 'ਚ ਕਈ ਵਾਰੀ ਮਰਿਆ ਤੇ ਕਈ ਵਾਰੀ ਜਿਉਂਦਾ ਹੋਇਆ। ਤੁਸੀਂ ਨਾਲ ਸੀ? ਹਾਂ, ਕਈ ਵਾਰੀ। ਮਤਲਬ ਐਸੀ ਇੱਕ ਛੋਟੀ ਜਿਹੀ ਦੀਵਾਰ 'ਤੇ ਬੈਠੇ ਰਹੇ ਕਈ ਘੰਟੇ, 3-4 ਘੰਟੇ ਇੰਤਜ਼ਾਰ ਕਰਦੇ ਸੀਗੇ। ਉਹ ਜਿਹੜਾ 3-4 ਘੰਟੇ ਦਾ ਇੰਤਜ਼ਾਰ ਸੀਗਾ, ਉਹ ਇੰਤਜ਼ਾਰ ਬਹੁਤ ਔਖਾ ਸੀ। ਡਰ ਗਿਆ ਸੀ ਉਹ ਬਹੁਤ ਜ਼ਿਆਦਾ। ਔਰ ਇਹਨੂੰ ਮੈਂ ਸ਼ਬਦਾਂ 'ਚ ਉਸ ਹਾਲਾਤ ਨੂੰ ਮੈਂ ਪੇਸ਼ ਨਹੀਂ ਕਰ ਸਕਦਾ। ਪਰ ਉਹ ਜਦੋਂ ਸ਼ਾਮ ਨੂੰ ਅਸੀਂ ਉੱਥੋਂ ਆਏ ਸੀਗੇ ਤਾਂ ਸਮਝ ਲਓ ਇਹ ਸੀਗਾ ਕਿ ਉਹਨੂੰ ਇੱਦਾਂ ਲੱਗਦਾ ਸੀ ਵੀ ਅੱਜ ਜ਼ਿੰਦਗੀ ਨਵੀਂ ਸ਼ੁਰੂਆਤ ਹੋ ਗਈ ਆ। ਉਹਨੂੰ ਲੱਗਦਾ ਸੀ ਹੁਣ ਭਾਣਾ ਕਦੇ ਨਹੀਂ ਵਰਤੇਗਾ, ਬੇਵਕਤੀ ਭਾਣਾ ਕਦੇ ਨਹੀਂ ਵਰਤੇਗਾ। ਭਾਣਾ ਉਹ ਤਾਂ ਸਾਰਿਆਂ ਦਾ ਵਰਤਣਾ। ਜਦੋਂ ਤੁਹਾਡੀ ਵਾਰੀ ਆਈ ਮੁਲਾਕਾਤ ਦੀ, ਤੁਸੀਂ ਮਾਨੋ ਚਾਹਲ ਦੇ ਪੇਸ਼ ਹੋਏ ਸੀ? ਹਾਂਜੀ। ਕੀ ਕਹਿੰਦੇ ਹੋ?
ਦੇਖੋ ਉਹਨਾਂ ਨੇ ਕਾਫੀ ਦੇਰ ਬਾਅਦ ਸਾਡੇ ਇੰਤਜ਼ਾਰ ਤੋਂ ਬਾਅਦ ਵਾਰੀ ਆਈ ਤੇ ਉਹ ਬੜਾ ਹੈਰਾਨੀ ਜਿਹੀ ਸੀਗਾ ਤੇ ਉਹਨੇ ਕਿਹਾ ਵੀ ਤੂੰ ਮੈਂ ਮਾਨੂ ਚੱਲ ਮੈਂ ਹੁਣ ਵੀ ਕਹੂੰਗਾ ਇੰਨਾ ਵਧੀਆ ਵਤੀਰਾ ਮੈਂ ਨਹੀਂ ਜਿੰਨਾ ਜਿੱਦਾਂ ਹੁਣ ਤੁਸੀਂ ਕਹਿੰਦੇ ਵੀ ਚਮਕੀਲਾ ਸਾਡੇ ਵੀ ਇੱਦਾਂ ਸੀ ਮਨ 'ਚ ਵੀ ਸ਼ਾਇਦ ਬਹੁਤ ਅੱਖੜ ਹੋਣਾ ਜਾਂ ਕਿੱਦਾਂ। ਉਹਨੇ ਕਿਹਾ ਵੀ ਕਾਕਾ ਤੈਨੂੰ ਅਸੀਂ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਸੁਣ ਕੇ ਆਏ ਹਾਂ, ਤੇਰਾ ਗੀਤ ਹੈ ਉਹ ਤਲਵਾਰ ਮੈਂ ਕਲਗੀਧਰ ਧਰਤੀਆਂ। ਕਹਿੰਦਾ ਹਾਂਜੀ। ਉਹਨੂੰ ਲੱਗਾ ਵੀ ਗੱਡੀ ਸਹੀ ਪਾਸੇ ਨੂੰ ਮੁੜਨ ਲੱਗੀ ਆ ਤੇ ਉਹ ਕਹਿੰਦਾ ਹਾਂਜੀ। ਕਹਿੰਦਾ ਫਿਰ ਤੂੰ ਉੱਦਾਂ ਤਾਂ ਨਹੀਂ ਗਾ ਸਕਦਾ। ਫਿਰ ਉਹ ਕਾਪੀ ਉਹਦੇ ਮੂਹਰੇ ਕਰ ਰਿਹਾ ਸੀਗਾ ਜਿਹਦੇ ਵਿੱਚ ਨਾਮ ਜਪ ਲੈ ਐਲਬਮ ਵਾਲੇ ਗੀਤ ਸੀਗੇ ਤੇ ਐਵੇਂ ਨਾ ਜਿੰਦਾ ਮਾਣ ਕਰੀ ਜਾਂ ਹੋਰ। ਉਹ ਕਹਿੰਦਾ ਜੀ ਉਹ ਕਹਿੰਦਾ ਵੀ ਅਸੀਂ ਤਾਂ ਗਾਣੇ ਨਹੀਂ ਲਿਖਦੇ ਵੀ ਤੂੰ ਇੱਦਾਂ ਕਰਿਆ ਕਰ, ਤੂੰ ਆਪਣੀ ਭੈਣ ਨੂੰ ਦਿਖਾ ਲਿਆ ਕਰ, ਉਹੀ ਤੇਰਾ ਸੈਂਸਰ ਬੋਰਡ ਹੈ। ਫਿਰ ਸਾਨੂੰ ਜਿੱਥੇ ਵੀ ਜੋ ਵੀ ਮਤਲਬ ਉਦਣ ਦੀ ਤੇ ਇਹ ਬਿਲਕੁਲ ਸੀਗਾ ਵੀ ਉਹਨੂੰ ਜਿਹੜੀ ਮਾਫੀ ਲਗਭਗ ਮਾਨੋ ਚਾਲ ਤੋਂ ਬਾਅਦ ਉਹਨੂੰ ਕਿਤੇ ਹੋਰ ਭੇਜਿਆ ਨਾਲ ਦੇ ਕਮਰੇ 'ਚ। ਹਾਂ ਉੱਥੇ ਗਿਆ ਤੇ ਉਹ ਕਾਫੀ ਮੈਂ ਸਮਝਦਾ ਕਿ ਉਹਨੂੰ ਥੋੜ੍ਹਾ ਜਿਹਾ ਕਈ ਗੱਲਾਂ ਪੜ੍ਹਦੇ 'ਚ ਜ਼ਿੰਦਗੀ ਦੇ ਕਈ ਰਾਜ ਕੋ ਰਾਜ ਰਹਿਣੇ ਦੋ ਤੇ ਉਹ ਉੱਥੇ ਗਏ। ਉੱਥੇ ਉਹਦਾ ਸਾਰਾ ਕੁਛ ਜਿਹੜਾ ਵੀ ਸੀਗਾ ਉਹ ਹਿਸਾਬ ਕਿਤਾਬ ਕਲੀਅਰ ਹੋ ਗਿਆ ਸੀਗਾ ਤੇ ਉਹਨੇ ਉਹ ਹੱਥ ਹੀ ਜੋੜਦਾ ਰਿਹਾ। ਮੈਂ ਸਵੇਰ ਤੋਂ 7-8 ਘੰਟਿਆਂ 'ਚ ਉਹਨੇ ਹੱਥ ਜੋੜਨ ਤੋਂ ਸਿਵਾ ਪਾਣੀ ਅੰਦਰ ਲਗਾਇਆ ਨਹੀਂ, ਉਹਨੇ ਹੱਥ ਹੀ ਜੋੜੀ ਗਿਆ ਸਾਰਾ ਦਿਨ। ਤੇ ਪਰ ਉਹਨੂੰ ਜਦੋਂ ਅਸੀਂ ਵਾਪਸ ਜਿਸ ਫਗਵਾੜੇ ਦੇ ਅੱਡੇ ਤੋਂ ਮੈਂ ਉਹਦੇ ਨਾਲ ਬੈਠਿਆ ਸੀ, ਜਦੋਂ ਮੈਂ ਉੱਥੇ ਉਤਰਿਆ ਸ਼ਾਮ ਨੂੰ ਆ ਕੇ, ਉਦੋਂ ਇਹ ਸੀਗਾ ਵੀ ਸਵੇਰੇ ਮਾਰ ਕੇ ਗਏ ਸੀ, ਸ਼ਾਮ ਨੂੰ ਜਿੰਦੇ ਹੋ ਕੇ ਆ ਗਏ ਸੀ। ਮਾਫੀ ਮਿਲ ਗਈ ਸੀ। ਹਾਂਜੀ। ਫਿਰ ਮਾਰਿਆ ਕੀ ਨਹੀਂ ਅਖੀਰ ਮਾਰਿਆ ਤੇ ਹੁਣ ਰੱਬ ਜਾਣੇ, ਹੁਣ ਜਿਹੜੇ ਅੱਜ ਦਾਅਵੇ ਕਰਦੇ ਉਹਨਾਂ ਨੇ ਹੁਣ ਕੀਤਾ ਹੋਣਾ ਕਿ ਅੱਜ ਦੀ ਤਰੀਕ 'ਚ ਵੀ ਕਹਿੰਦੇ ਵੀ ਅਸੀਂ ਮਾਰਿਆ ਤੇ ਲਿਸਟਾਂ 'ਚ ਦੱਸਦੇ ਆ ਵੀ ਇਹ ਵੀ ਮਾਰਿਆ ਸੀ। ਤੇ ਪਰ ਮੈਂ ਇਹ ਕਹਿੰਦਾ ਕਿ ਕਿਸੇ ਦਾ ਕਤਲ ਕਰ ਦੇਣਾ ਜੇ ਅਸੀਂ ਫਾਂਸੀ ਦੀ ਸਜ਼ਾ ਦੇ ਅੱਜ ਵੀ ਖਿਲਾਫ ਹੈ। ਅਮਰਜੋਤ ਦੇ ਭਰਾਵਾਂ ਵੱਲੋਂ ਉਹਨੂੰ ਮਾਰੇ ਜਾਣ ਨੂੰ ਤੁਸੀਂ ਰੂਲ ਆਊਟ ਕਰਦੇ? ਮੈਂ ਨਹੀਂ ਇਸ ਗੱਲ ਨੂੰ ਸਵੀਕਾਰ ਹੀ ਨਹੀਂ ਕਰਦਾ। ਸਮਕਾਲੀ ਕਿਸੇ ਗਾਉਣ ਵਾਲੇ ਦੀ ਖੁੰਦਕ ਨੇ? ਗਾਉਣ ਵਾਲੇ ਸਿਰਫ ਤੋਂ ਵੀ ਵਜਾ ਸਕਦੇ ਨੇ, ਗੋਲੀ ਨਹੀਂ ਚਲਾ ਸਕਦੇ, ਚਲਵਾ ਵੀ ਨਹੀਂ ਸਕਦੇ ਕਿਸੇ ਤੋਂ। ਇਹਨਾਂ ਦੇ ਵਿੱਚ ਮੈਂ 30 ਸਾਲ। ਸੋ ਤੁਹਾਨੂੰ ਯਕੀਨ ਹੈ ਕਿ ਉਹ ਕਿਸੇ ਖੜਗ ਨੇ ਹਾਂ ਮਾਰੇ? ਉਹ ਵਿਚਾਰ ਸ਼ਾਇਦ ਫਿਰ ਵੀ ਨਾ ਮਰਦਾ, ਪਰ ਉਹ ਥੋੜ੍ਹੇ ਜਿਹੇ ਹਾਲਾਤ ਹੀ ਸੀਗੇ ਕਿ ਉਹਨੂੰ ਮੁੜ ਕੇ ਸਥਿਤੀ ਸਪਸ਼ਟ ਕਰਨ ਦਾ ਮੌਕਾ ਨਹੀਂ ਮਿਲਿਆ। ਤੇ ਸ਼ਾਇਦ ਉਹ ਜਿਹੜਾ ਉਦੋਂ ਵੀ ਮੈਂ ਮਤਲਬ ਇੱਕ 8 ਮਾਰਚ ਨੂੰ ਉਹਦਾ ਮਰਡਰ ਹੋਇਆ, 8 ਮਾਰਚ 1988 ਨੂੰ ਮੈਸਮਪੁਰ ਪਿੰਡ 'ਚ। 7 ਮਾਰਚ ਦੀ ਰਾਤ ਨੂੰ ਉਹ ਮੇਰੇ ਕੋਲ ਸੀ, ਰਾਤ ਨੂੰ ਵੀ 12:30 ਵਜੇ ਤੋਂ ਬਾਅਦ ਤੱਕ ਮੇਰੇ ਕੋਲ ਸੀ। ਮੈਂ ਇਹ ਵੀ ਕਿਹਾ ਵੀ ਰੁਕ ਜਾਓ, ਹਾਲਾਤ ਚੰਗੇ ਨਹੀਂ ਤੇ ਪਰ ਉਹਨਾਂ ਦਾ ਮੇਰੇ ਨਾਲ ਅਲੱਗ-ਅਲੱਗ ਕਮਰੇ 'ਚ ਦੋਨਾਂ ਨੇ ਗੱਲ ਕੀਤੀ, ਅਮਰਜੋਤ ਨੇ ਵੀ ਉਹਨੇ ਵੀ। ਤੇ ਉਦੋਂ ਉਹਨੇ ਫਿਰ ਮੈਨੂੰ ਕਿਹਾ ਸੀ, ਕਹਿੰਦੇ ਵੀ ਹੁਣ ਹੀ ਸਾਡੇ ਫੇਰ ਮੱਛੇ ਪੈ ਗਈ। ਉਦੋਂ ਰੱਜ ਕੇ ਡਰੇ ਹੋਏ ਸੀਗੇ, ਪਰ ਮੈਨੂੰ ਇਹ ਨਹੀਂ ਪਤਾ ਸੀਗਾ ਵੀ ਜਿਹੜੇ 12:30 ਵਜੇ ਮੇਰੇ ਕੋਲੋਂ ਰਾਤ ਨੂੰ ਗਏ ਆ, ਜਦੋਂ ਸਵੇਰ ਨੂੰ 12:30 ਵੱਜਣੇ ਆ ਉਦੋਂ ਇਹ ਨਹੀਂ ਹੋਣਾ ਨਹੀਂ। ਅਸ਼ੋਕ ਭੌਰਾ ਜੀ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ। ਥੈਂਕ ਸਾਹਿਬ ਤੁਹਾਡਾ ਵੀ ਤੇ ਸਾਰੇ ਆਪਣੇ ਦਰਸ਼ਕਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ। ਔਰ ਮੈਂ ਤੁਹਾਡਾ ਫਿਰ ਧੰਨਵਾਦ ਕਰਦਾ ਕਿਉਂਕਿ ਥਿੰਦ ਸਾਹਿਬ ਤੁਹਾਡੇ ਨਾਲ ਵੀ ਕੁਝ ਘੜੀਆਂ ਗੁਜ਼ਾਰਨ ਦੇ ਮੇਰੀ ਜ਼ਿੰਦਗੀ 'ਚ ਮਿਹਰਬਾਨੀ ਸਮਾਂ ਮਿਲੇ। ਥੈਂਕ ਯੂ। ਇਹ ਸੀ ਐਸ ਅਸ਼ੋਕ ਭੌਰਾ ਹੁਣਾਂ ਦੇ ਨਾਲ ਹਰਜਿੰਦਰ ਸਿੰਘ ਥਿੰਦ ਹੁਣਾਂ ਦੀ ਵਿਸ਼ੇਸ਼ ਗੱਲਬਾਤ। ਭਾਰਤ 'ਚ ਸਮੇਂ-ਸਮੇਂ ਤੇ ਉੱਠਣ ਵਾਲੀਆਂ ਕ੍ਰਾਂਤੀਕਾਰੀ ਲਹਿਰਾਂ ਦੇ ਵਿੱਚ ਪੰਜਾਬ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਬੇਸ਼ੱਕ ਆਪਣੇ ਹੀ ਦੇਸ਼ ਦੀਆਂ ਤਾਕਤਾਂ ਨਾਲ ਸੰਘਰਸ਼ ਹੋਵੇ ਜਾਂ ਵਿਦੇਸ਼ੀ ਤਾਕਤਾਂ ਨਾਲ ਮੱਥਾ ਲਾਉਣ ਦੀ ਗੱਲ ਹੋਵੇ, ਪੰਜਾਬ ਹਿੱਕ ਡਾ ਕੇ ਮੂਹਰੇ ਖੜਿਆ ਹੈ। ਪੰਜਾਬ 'ਚ ਰਵਾਇਤੀ ਸਰਕਾਰਾਂ ਇੰਨੀਆਂ ਭ੍ਰਿਸ਼ਟ ਹੋ ਚੁੱਕੀਆਂ ਸਨ ਕਿ ਲੋਕਾਂ ਦੀ ਉਹਨਾਂ ਨੂੰ ਵੋਟਾਂ ਲੈਣ ਤੋਂ ਸਿਵਾ ਕੋਈ ਪਰਵਾਹ ਨਹੀਂ ਸੀ। ਲੋਕ ਵੋਟਾਂ ਵੇਲੇ ਫਿਰ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਤੇ ਫਿਰ ਰਵਾਇਤੀ ਪਾਰਟੀਆਂ ਫਿਕਸ ਮੈਚ ਖੇਡਦੀਆਂ ਤੇ ਅਗਲੇ 5 ਸਾਲ ਜਨਤਾ ਦਾ ਰੱਜ ਕੇ ਖੂਨ ਪੀਂਦੀਆਂ। ਨੌਜਵਾਨ ਜ਼ਿੰਦਗੀ ਤੋਂ ਦੁਖੀ ਹੋ ਕੇ ਵਿਦੇਸ਼ਾਂ ਨੂੰ ਭੱਜੀ ਜਾ ਰਹੇ ਹਨ। ਜੋ ਨਹੀਂ ਜਾ ਸਕਦੇ ਉਹ ਨਸ਼ਿਆਂ ਦੇ ਗੁਲਾਮ ਹੋ ਘਰ ਉਜਾੜੀ ਜਾ ਰਹੇ ਹਨ। ਹਵਾ, ਪਾਣੀ, ਸਿੱਖਿਆ, ਸਿਹਤ, ਰੁਜ਼ਗਾਰ ਦਾ ਇੰਨਾ ਬੁਰਾ ਹਾਲ ਕਿ ਜ਼ਿੰਦਗੀ ਮੁਹਾਲ। ਅੱਤ ਹੋਣ ਤੋਂ ਬਾਅਦ ਆਖਰ ਲੋਕਾਂ ਗੁੱਸਾ ਖਾ ਹੀ ਲਿਆ ਅਤੇ ਜਾਗਰੂਕਤਾ ਆਈ ਤੇ ਐਸਾ ਤਖਤ ਪਲਟਾਇਆ ਕਿ ਵੱਡੇ ਮਗਰਮੱਛਾਂ ਨੇ ਵੀ ਪਾਣੀ ਨਹੀਂ ਮੰਗਿਆ। ਆਮ ਆਦਮੀ ਪਾਰਟੀ ਤੀਜੇ ਬਦਲ ਦੇ ਰੂਪ ਦੇ ਵਿੱਚ ਹੁੰਜਾ ਫੇਰ ਜਿੱਤ ਹਾਸਲ ਕਰ ਗਈ ਹੈ। ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਬਾਅਦ ਹੀ ਲੋਕਾਂ 'ਚ ਉਤਸ਼ਾਹ ਆਇਆ। ਭਗਵੰਤ ਮਾਨ ਦਾ ਟਰੈਕ ਰਿਕਾਰਡ ਵੀ ਬਹੁਤ ਸ਼ਾਨਦਾਰ ਹੈ, ਕਲਾਕਾਰੀ ਦੇ ਵਿੱਚ ਵੀ ਤੇ ਸਿਆਸਤ ਦੇ ਵਿੱਚ ਵੀ। ਉਸ ਦੀ ਕਮੇਡੀ ਦੇ ਵਿੱਚ ਵੀ ਸਮਾਜ ਦਾ ਦਰਦ ਛਿਪਿਆ ਹੁੰਦਾ ਸੀ। VIP ਅਤੇ ਮਾੜੇ ਸਿਸਟਮ ਦੇ ਭ੍ਰਿਸ਼ਟ ਮਹਿਕਮਿਆਂ ਦੇ ਪੋਤੜੇ ਫਰੋਲਦਾ ਸੀ। ਭਗਵੰਤ ਮਾਨ ਨੂੰ ਇੱਥੇ ਕੈਨੇਡਾ ਦੇ ਵਿੱਚ ਕਈ ਵਾਰੀ ਮਿਲਣ ਦਾ ਮੌਕਾ ਮਿਲਿਆ ਔਰ ਅਸੀਂ ਇਕੱਠਿਆਂ ਇੱਕ ਫਿਲਮ 'ਚ ਵੀ ਕੰਮ ਕੀਤਾ ਸੀ।
ਜਿਸ ਦਾ ਨਾਂ ਸੀ ਪੁਲਿਸ ਇਨ ਬਾਲੀਵੁੱਡ। ਸ਼ੂਟਿੰਗ ਵੇਲੇ ਵੀ ਉਹਨਾਂ ਦੀ ਇਲੈਕਸ਼ਨ ਆਉਣ ਵਾਲੀ ਸੀ, ਜਿਸ ਦੇ ਵਿੱਚ ਉਹਨੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਅਤੇ MP ਬਣ ਕੇ ਲੋਕ ਸਭਾ ਦੇ ਵਿੱਚ ਪੰਜਾਬ ਦੀ ਆਵਾਜ਼ ਬਣੇ। ਹੁਣ ਪੰਜਾਬ ਸਰਕਾਰ ਦੀ ਵਾਗਡੋਰ ਸੰਭਾਲ ਰਹੇ ਹਨ। ਉਹਨਾਂ ਤੋਂ ਬਹੁਤ ਵੱਡੀਆਂ ਆਸਾਂ ਹਨ। ਪਰਮਾਤਮਾ ਉਹਨਾਂ ਨੂੰ ਪੰਜਾਬ ਦੀ ਨੁਹਾਰ ਬਦਲਣ ਦੇ ਵਿੱਚ ਕਾਮਯਾਬੀ ਬਖਸ਼ੇ। ਭਗਵੰਤ ਮਾਨ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ। ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀਓ, ਸਭ ਤੋਂ ਪਹਿਲਾਂ ਕੋਨੇ-ਕੋਨੇ 'ਚ, ਦੁਨੀਆ ਦੇ ਕੋਨੇ-ਕੋਨੇ 'ਚ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਦਿਲ ਦੀਆਂ ਗਹਿਰਾਈਆਂ 'ਚੋਂ ਕਈ ਇਹੋ ਜਿਹੇ ਵੀ ਨੇ ਜਿਹੜੇ ਇਸ ਮੁਹਿੰਮ 'ਚ ਆ ਨਹੀਂ ਸਕੇ, ਆਪ ਵਿਦੇਸ਼ਾਂ 'ਚ ਰਹਿੰਦੇ ਨੇ, ਪਰ ਉਹਨਾਂ ਨੇ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਇਸ ਜੰਗ ਦੇ ਵਿੱਚ ਹਿੱਸਾ ਪਾਇਆ। ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਜੰਗ ਦੇ ਵਿੱਚ ਜਿੱਥੇ ਜਿੱਥੇ ਵੀ ਉਹ ਵੱਸਦੇ ਨੇ, ਉਹਨਾਂ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪੰਜਾਬੀਓ, ਪਹਿਲਾਂ ਪੰਜਾਬ ਮੋਤੀ ਮਹਿਲਾਂ 'ਚੋਂ ਚੱਲਦਾ ਸੀ, ਸਿਸਮਾਂ ਵਾਲੇ ਮਹਿਲਾਂ 'ਚੋਂ ਚੱਲਦਾ ਸੀ, ਪਰ ਅੱਜ ਤੋਂ ਬਾਅਦ ਪੰਜਾਬ ਪਿੰਡਾਂ 'ਚੋਂ ਚੱਲੂਗਾ, ਵਾਰਡਾਂ 'ਚੋਂ ਚੱਲੂਗਾ, ਮੁਹੱਲਿਆਂ 'ਚੋਂ ਚੱਲੂਗਾ, ਸ਼ਹਿਰਾਂ 'ਚੋਂ ਚੱਲੂਗਾ। ਪੰਜਾਬ ਤੁਹਾਡਾ ਹੈ। ਅਸੀਂ ਕੋਈ ਰਜਿਸਟਰੀ ਨਹੀਂ ਕਰਾਈ ਇਹਨਾਂ ਦੇ ਨਾਂ, ਪੰਜਾਬ ਤੁਹਾਡਾ। ਅੱਜ ਮੈਂ ਤੁਹਾਨੂੰ ਕਹਿੰਦਾ ਸੀ 32 ਦੰਦ ਨੇ, ਮੈਥੋਂ ਨਾ ਕਹਾਇਆ ਕਰੋ ਕੁਛ। ਵੱਡੇ ਬਾਦਲ ਸਾਹਿਬ ਹਾਰ ਗਏ, ਸੁਖਬੀਰ ਜਲਾਲਾਬਾਦ ਤੋਂ ਗਿਆ, ਆਦੇਸ਼ ਪ੍ਰਤਾਪ ਕੈਰੋਂ ਪੱਟੀ ਤੋਂ ਹਾਰ ਗਿਆ, ਕੈਪਟਨ ਸਾਹਿਬ ਪਟਿਆਲੇ ਤੋਂ ਹਾਰ ਗਏ, ਸਿੱਧੂ ਤੇ ਮਜੀਠੀਆ ਦੋਨੇ ਹਾਰ ਨੇ, ਚੰਨੀ ਸਾਹਿਬ ਦੋਨੇ ਸੀਟਾਂ ਤੋਂ ਹਾਰ ਗਏ। ਲਿਖ ਕੇ ਦਿੱਤਾ ਸੀ ਨਾ, ਕੇਜਰੀਵਾਲ ਸਾਹਿਬ ਦੇ ਵੀ 32 ਨੇ, 64 ਹੋ ਗਏ ਦੋਨਾਂ ਦੇ। ਸਭ ਤੋਂ ਪਹਿਲਾਂ ਮੈਨੂੰ ਫਿਕਰ ਜਿਹੜਾ ਹੈ ਉਹ ਬੇਰੁਜ਼ਗਾਰੀ ਦਾ ਹੈ। ਪਹਿਲੇ ਦਿਨ ਹੀ ਹਰੇ ਰੰਗ ਦਾ ਪੈਨ ਬੇਰੁਜ਼ਗਾਰੀ ਦੂਰ ਕਰਨ ਵਾਸਤੇ ਚੱਲੂਗਾ। ਹੌਲੀ ਹੌਲੀ ਤੁਹਾਨੂੰ ਲੀਡਰਾਂ ਦੇ ਕਾਫਲਿਆਂ ਚੋਂ ਬਾਹਰ ਕੱਢਾਂਗੇ, ਔਰ ਨੌਜਵਾਨਾਂ ਦੇ ਹੱਥਾਂ 'ਚ ਟੀਕੇ ਨੇ, ਉਹ ਫਰਸਟ੍ਰੇਸ਼ਨ 'ਚ ਨੇ, ਉਹ ਕੋਈ ਅਚਾਨ ਨੂੰ ਨਹੀਂ ਕੋਈ ਨਸ਼ਾ ਕਰਦਾ, ਉਹਨਾਂ ਨੂੰ ਕੁਝ ਦਿਖ ਹੀ ਨਹੀਂ ਰਿਹਾ। ਨੌਜਵਾਨਾਂ ਦੇ ਹੱਥਾਂ 'ਚੋਂ ਟੀਕੇ ਖੋਹ ਕੇ ਟਿਫਨ ਫੜਾਵਾਂਗੇ, ਕੰਮ ਤੇ ਜਾਓ, ਸ਼ਾਮ ਨੂੰ ਆਪਣੇ ਪਰਿਵਾਰ 'ਚ ਘਰੇ ਆ ਕੇ ਰੋਟੀ ਖਾਓ। ਅੱਜ ਯੂਕਰੇਨ ਦੀ ਖਬਰਾਂ ਦੇਖ ਲਓ, ਕਿੰਨੇ ਮੁੰਡੇ ਆਪਣੇ ਪੜ੍ਹਨ ਗਏ ਹੋਏ ਨੇ, ਕੁੜੀਆਂ। ਇੱਥੇ ਕਿਉਂ ਨਹੀਂ ਪੜ੍ਹਾਈ ਹੈਗੀ ਬਈ? ਇੱਥੇ 98% ਨੰਬਰ ਲੈ ਕੇ ਵੀ ਪੈਸੇ ਹੈ ਨਹੀਂ ਸਾਡੇ ਕੋਲ, 1.5 ਕਰੋੜ ਲੱਗਦਾ ਹੈ। ਯੂਕਰੇਨ ਵਰਗਾ ਛੋਟਾ ਜਿਹਾ ਮੁਲਕ ਉਹ 30 ਲੱਖ 'ਚ MBBS ਕਰਾ ਦਿੰਦਾ ਹੈ। ਅਸੀਂ ਕਿਉਂ ਨਹੀਂ ਕਰ ਸਕਦੇ ਫਿਰ ਇੱਥੇ? ਸੋ ਹੁਣ ਬਾਹਰ ਜਾਣ ਦੀ ਲੋੜ ਨਹੀਂ ਪੈਣੀ, ਆਪਾਂ ਆਪਣਾ ਹੀ ਘਰ ਠੀਕ ਕਰਾਂਗੇ। ਤੁਸੀਂ ਤਾਂ ਝਾੜੂ ਫੇਰਤਾ, ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ, ਹੁਣ ਜ਼ਿੰਮੇਵਾਰੀ ਨਿਭਾਉਣ ਦੀ ਵਾਰੀ ਮੇਰੀ ਹੈ। ਯਕੀਨ ਰੱਖਿਓ ਮੇਰੇ ਤੇ, ਮੇਰੀ ਨੀਅਤ ਮਾੜੀ ਨਹੀਂ ਹੈਗੀ, ਮੇਰੇ ਤੇ ਯਕੀਨ ਰੱਖਿਓ। ਹੌਲੀ ਹੌਲੀ ਆਪਾਂ ਪਟੜੀ ਤੇ ਚਾੜਾਂਗੇ ਪੰਜਾਬ ਨੂੰ। ਤੁਹਾਨੂੰ 1 ਮਹੀਨੇ 'ਚ ਕੁਝ ਫਰਕ ਨਜ਼ਰ ਆਉਣ ਲੱਗ ਜੂਗਾ। ਸਾਡੇ ਬਜ਼ੁਰਗ ਜੁੱਤੀਆਂ ਟੁੱਟ ਗਈਆਂ, ਦਾੜੀਆਂ ਚਿੱਟੀਆਂ ਹੋ ਗਈਆਂ, ਦਫ਼ਤਰਾਂ ਦੇ ਗੇੜੇ ਮਾਰਦਿਆਂ ਦੀਆਂ, ਕਚਹਿਰੀਆਂ ਜਾਂਦਿਆਂ ਦੀਆਂ, ਤਹਿਸੀਲਾਂ ਜਾਂਦਿਆਂ ਦੀਆਂ, ਝਿੜਕਾਂ ਖਾ ਕੇ ਆਉਂਦੇ ਆ। ਚਲੋ ਬੁੜਿਆ ਕਿੱਧਰ ਮੂੰਹ ਚੱਕਿਆ ਹੈ ਨਹੀਂ, ਸਾਹਿਬ ਬੁੱਧਵਾਰ ਨੂੰ ਆਉਣਗੇ, ਸਾਹਿਬ ਵੀਰਵਾਰ ਨੂੰ ਆਉਣਗੇ। ਉਹ ਬੁੱਧਵਾਰ ਵੀਰਵਾਰ ਆਇਆ ਹੀ ਨਹੀਂ। ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਹੁਣ ਤੁਹਾਨੂੰ ਜਾਣ ਦੀ ਲੋੜ ਨਹੀਂ। ਉਹ ਬੁੱਧਵਾਰ ਵੀਰਵਾਰ ਵਾਲੇ ਸਾਹਿਬ ਤੁਹਾਡੇ ਪਿੰਡਾਂ 'ਚ ਆਉਣਗੇ। ਦੇ ਆਰ ਪਬਲਿਕ ਸਰਵੈਂਟਸ। ਪਹਿਲਾ ਫੈਸਲਾ ਤਾਂ ਹੋਊਗਾ ਕਿ ਕਿਸੇ ਵੀ ਸਰਕਾਰੀ ਦਫ਼ਤਰ 'ਚ ਪੰਜਾਬ ਦੇ ਵਿੱਚ
ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ, ਸ਼ਹੀਦ ਆਜ਼ਮ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ। ਇੱਕ ਨੇ ਸਾਨੂੰ ਆਜ਼ਾਦੀ ਦਵਾਈ, ਦੂਜੇ ਨੇ ਆਜ਼ਾਦ ਮੁਲਕ ਦਾ ਸੰਵਿਧਾਨ ਲਿਖਿਆ, ਸਾਨੂੰ ਸਮਾਨਤਾ ਦਿੱਤੀ। ਦੋਨਾਂ ਦੀਆਂ ਫੋਟੋ ਲੱਗਿਆ ਕਰਨੀਆਂ। ਤੇ ਆਪਾਂ ਜਦੋਂ ਸਹੁੰ ਚੁੱਕਾਂਗੇ, ਤੁਹਾਨੂੰ ਖੁੱਲ੍ਹਾ ਸੱਦਾ ਹੈ। ਪਹਿਲਾਂ ਸਹੁੰਆਂ ਜਿਹੜੀਆਂ ਸੀ ਨਾ, ਉਹ ਰਾਜ ਭਵਨਾਂ 'ਚ ਚੁੱਕੀਆਂ ਜਾਂਦੀਆਂ ਸੀ ਜਾਂ ਮਹਿਲਾਂ 'ਚ ਚੁੱਕੀਆਂ ਜਾਂਦੀਆਂ ਸੀ। ਹੁਣ ਉਹ ਸਹੁੰਆਂ ਜਿਹੜੀਆਂ ਨੇ ਉਹ ਸ਼ਹੀਦਾਂ ਦੇ ਪਿੰਡਾਂ 'ਚ ਆ ਗਈਆਂ। ਖਟਕੜ ਕਲਾਂ ਸਹੁੰ ਚੁੱਕਾਂਗੇ, ਤਰੀਕ ਤੁਹਾਨੂੰ ਦੱਸ ਦਿਆਂਗੇ, ਖਟਕੜ ਕਲਾਂ ਆਪਾਂ ਕੱਟ ਕਰਾਂਗੇ, ਮਿਲ ਕੇ ਕੰਮ ਕਰਾਂਗੇ। ਕਈ ਕੰਮ ਸਾਨੂੰ ਵਧੀਆ ਕਰਨੇ ਆਉਂਦੇ ਆ, ਉਹ ਦਿੱਲੀ ਸਿੱਖ ਲੂਗੀ, ਕਈ ਦਿੱਲੀ ਵਾਲਿਆਂ ਨੇ ਵਧੀਆ ਕੀਤੇ ਆ, ਉਹ ਤੋਂ ਆਪਾਂ ਸਿੱਖ ਲਾਂਗੇ। ਤੇ ਮਕਸਦ ਸਿਰਫ ਇੱਕੋ ਹੀ ਹੈ, ਪੰਜਾਬ ਠੀਕ ਹੋ ਜੇ, ਸਾਡੇ ਸਕੂਲ ਠੀਕ ਹੋ ਜਾਣ, ਸਾਡੇ ਹਸਪਤਾਲ ਠੀਕ ਹੋ ਜਾਣ, ਸਾਨੂੰ ਬਿਜਲੀ ਸਸਤੇ ਰੇਟਾਂ ਤੇ ਇੰਡਸਟਰੀ ਨੂੰ ਬਿਜਲੀ ਮਿਲ ਜੇ, ਫੈਕਟਰੀਆਂ ਨੂੰ ਵਾਪਸ ਬੁਲਾ ਲਈਏ, ਖੇਤੀ ਨੂੰ ਲਾਹੇਵੰਦ ਧੰਦਾ ਬਣਾਈਏ, ਬੇਰੁਜ਼ਗਾਰੀ ਦੀ ਲਾਹਨਤ ਨੂੰ ਜੜੋਂ ਪੱਟ ਦਈਏ, ਮਾਵਾਂ ਭੈਣਾਂ ਸੁਰੱਖਿਅਤ ਹੋਣ। ਇਹ ਸਾਡਾ ਆਪਣਾ ਜਿਹੜਾ ਸੁਪਨਾ ਹੈ। ਸੋ ਖੇਡਾਂ ਦੇ ਵਿੱਚ ਪਛੜ ਗਏ, ਸਪੋਰਟਸ ਯੂਨੀਵਰਸਿਟੀ ਬਣਾਈ ਜਾਊਗੀ ਜਲੰਧਰ ਦੇ ਵਿੱਚ। ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਅਰੇ ਲਾ ਦਿਓ, ਇਨਕਲਾਬ ਇਨਕਲਾਬ, ਬੋਲੇ ਸੋ ਨਿਹਾਲ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਚਾਹ ਪਾਣੀ ਪੀ ਕੇ ਜਾਇਓ। ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਵ ਯੂ ਆਲ। ਜਿਉਂਦੇ ਵਸਦੇ ਰਹੋ। लोगों को अक्सर कहते सुना है जिंदा रहे तो फिर मिलेंगे, लेकिन इस दिल ने कहा है मिलते रहे तो जिंदा रहेंगे। बहुत बहुत मेहरबानी। ਇੱਕ ਵਾਰੀ ਫਿਰ ਜਿੱਥੇ ਅਸੀਂ ਭਗਵੰਤ ਮਾਨ ਹੋਣਾ ਨੂੰ, ਉਹਨਾਂ ਦੇ ਸਾਥੀਆਂ ਨੂੰ ਮੁਬਾਰਕਾਂ ਪੇਸ਼ ਕਰਦੇ ਹਾਂ, ਉੱਥੇ ਸਮੁੱਚੇ ਪੰਜਾਬੀਆਂ ਨੂੰ, ਪੰਜਾਬ ਨੂੰ ਮੁਬਾਰਕਾਂ ਪੇਸ਼ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਵਿਚਾਰਨ ਦੀ ਗੱਲ ਵੀ ਪੇਸ਼ ਕਰਨਗੇ। ਅਮਰਜੋਤ ਅਤੇ ਅਮਰ ਸਿੰਘ ਚਮਕੀਲਾ ਦਾ ਇੱਕ ਦੁਗਾਣਾ ਵੀ ਪੇਸ਼ ਕਰਨਾ ਹੈ। ਕਿਉਂ ਨਾ ਪਹਿਲਾਂ ਇੱਕ ਚੁਟਕਲਾ ਹੋ ਜਾਏ। ਪਿੰਡਾਂ ਸ਼ਹਿਰਾਂ ਦੇ ਵਿੱਚ ਆਪਾਂ ਵੇਖਦੇ ਹਾਂ, ਗੰਦੀਆਂ ਨਾਲੀਆਂ ਇਕੱਠੀਆਂ ਹੋ ਕੇ ਇੱਕ ਵੱਡੇ ਗੰਦੇ ਨਾਲੇ ਦਾ ਜਿਹੜਾ ਰੂਪ ਬਣ ਜਾਂਦੀਆਂ। ਲੁਧਿਆਣੇ ਦਾ ਗੰਦਾ ਨਾਲਾ ਬੜਾ ਮਸ਼ਹੂਰ ਹੈ, ਉੱਥੇ ਬੱਸ ਅੱਡੇ ਦਾ ਨਾਂ ਵੀ ਗੰਦਾ ਨਾਲਾ ਹੈ। ਉੱਧਰ ਲਹਿੰਦੇ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਇੱਦਾਂ ਦਾ ਹੀ ਹੈ, ਜਿਸ ਦੀ ਗੱਲ ਸ਼ੌਂਕੀ ਖਾਨ ਹੋਣਾ ਨੇ ਇਸ ਚੁਟਕਲੇ ਦੇ ਵਿੱਚ ਕੀਤੀ ਹੈ। मौजूद ख़वातीन हज़रात, शौकी खान का आदाब पेश खिदमत है, कबूल कीजिए। एक बंदा बड़ी छेती च उठिया, सुबह सुबह उठ के अपनी बेगम उन्होंने वक्त पाता, कहना भलिए लोग भज के आई। कल हाँ है की होया, हर वेले तुसीं अपनी भाई होंदी है, कभी आराम नाल भी गल कर लिया करो, की होया तुहानूं? कहना फटाफट ने इस तरह कर, मेरे पजामे च नाला पा दे, मैं बड़े जरूरी काम जाना है। उन्हें फटाफट पजामे च नाला पा दिता। उस बंदे ने कपड़े कुपड़े बदले, गड्डी च बैठा चला गया। शाम नूं वापस आया, बड़ी गर्मी सर्दी च आके अपनी बीवी नूं कहंदा, इधर आया ना। कहती होया की आ? आंदा इधर आदर मैं बुलाउण दिया। उन्हें फड़ के डंडा ते बुढ़ी नूं कुटना शुरू कर दिता। कहती तुसीं मैनूं क्यों मारदे पए, होया की है, मैनूं दसो ते सही। आंदा तेरे च शराफत ही नहीं हैगी, तेरी खातर मैनूं 25 मील पैदल टुरना पिया। कहती होया की है? आंदा मैं जाना सी उकाड़े, ते कंडक्टर ने पत्तों की आवाज ला दी भी गंदे नाले वाले उतर जाओ। एक होर सवाल है, वो अपने प्रमोटर ਜਿਹੜੇ ਕੁਲਵਿੰਦਰ ਮਿਊਜ਼ਿਕ ਵੇ ਵਾਲੇ ਉਹਨੇ ਪੁੱਛਿਆ ਸੀ। ਅੱਛਾ, ਕਹਿੰਦਾ ਵੀ ਜੇ ਇੰਡੀਆ 'ਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀਆਂ ਕੰਡਕਟਰ ਕੁੜੀਆਂ ਹੁੰਦੀਆਂ, ਫੇਰ ਕੀ ਹੁੰਦਾ? ਫੇਰ ਕੀ ਹੋਣਾ ਸੀ? ਫਿਰ ਕਿਸੇ ਸਵਾਰੀ ਨੇ ਬੱਸ 'ਚੋਂ ਉਤਰਨਾ ਹੀ ਨਹੀਂ ਸੀ। ਓਏ ਹੋਏ ਉਹਨੇ ਕਹਿਣਾ ਸੀ, ਉਹਨੇ ਪੁੱਛਣਾ ਸੀ ਤੁਸੀਂ ਕਿੱਥੇ ਜਾਣਾ ਹੈ? ਆਏ ਮਾਲਕੋ ਜਿੱਥੇ ਮਰਜ਼ੀ ਲੈ ਜਾਓ। ਹਾਏ 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 ਹਾਏ, ਓਏ ਸੋਥੋਂ ਬਾਹਰ ਆ, ਓਏ ਜਿੱਥੇ ਸੀਟੀ ਮਾਰੋਗੇ ਉਤਰ ਜਾਗੇ। ਮੈਂ ਕਹਿੰਦਾ ਸਰਕਾਰ ਨੂੰ ਬੜਾ ਫਾਇਦਾ ਹੋਣਾ ਸੀ, ਕਿਸੇ ਨੇ ਬਕਾਇਆ ਹੀ ਨਹੀਂ ਮਰਵਾਉਣਾ ਸੀ। ਅੱਛਾ, ਉਹਨੇ ਪੁੱਛਣਾ ਸੀ ਤੁਹਾਡਾ ਕਿੰਨਾ ਬਕਾਇਆ ਹੈ? ਓਏ ਅਸੀਂ ਜਾਨਵਰ ਨੂੰ ਫਿਰਦੇ ਆ, 4.5 ਰੁਪਈਆਂ ਦੀ ਕੀ ਗੱਲ ਹੈ, ਕਦੇ ਫੇਰ ਸਮਝ ਲਾਂਗੇ। ਓਏ ਹੋਏ ਹੋਏ ਹੋਏ, ਹਾਂ ਕੀ ਬਾਤ ਹੈ। ਮੈਨੂੰ ਲੱਗਦਾ ਵੀ ਜਿਹਨਾਂ ਦਾ ਸਵਾਲ ਸੀ ਜਵਾਬ ਮਿਲ ਗਏ ਹੋਣੇ। ਹੁਣ ਤੁਹਾਡਾ ਸਵਾਲ ਸੀਗਾ, ਮੈਨੂੰ ਪਹਿਲਾਂ ਆ ਗਿਆ ਇੱਕ ਵੀ ਤੁਹਾਡਾ ਤਜਰਬਾ ਕੋਈ ਤਜਰਬਾ ਕੀ ਹੈ? ਠੇਕੇ ਤੋਂ ਬੋਤਲ ਲੈਣ ਵਾਲਾ ਨਹੀਂ ਕੋਈ ਚੱਜਦਾ ਠੇਕੇ ਨੂੰ ਬੋਤਲ ਵਾਲਾ ਤਾਂ ਠੀਕ ਹੈ ਜਾ ਕੇ। ਤਾਂ ਇੱਕ ਮੇਰਾ ਤਜਰਬਾ ਜਿਹੜਾ ਹੈਗਾ, ਜੇ ਤੁਸੀਂ ਕਹੋ ਵੀ ਜ਼ਿੰਦਗੀ ਚੋਂ ਕੀ ਸਿੱਖਿਆ,
ਇੱਕ ਤਾਂ ਮੈਂ ਇਹ ਸਿੱਖਿਆ ਜਾ ਕੇ ਵੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਜਾਂ ਕੋਈ ਫਲਸਫਾ ਪੂਰਨ ਸੱਚ ਨਹੀਂ ਹੈ। ਪੂਰਨ ਸੱਚ ਨਾ ਕਿਸੇ ਨੂੰ ਸਮਝੋ ਜਾ ਕੇ ਵੀ ਮੈਨੂੰ ਪੂਰਨ ਸੱਚ ਦਾ ਪਤਾ ਲੱਗ ਗਿਆ। ਐਬਸੋਲੂਟ ਟਰੂਥ ਦੀ ਗੱਲ ਕਰਦਾ। ਹਾਂ, ਪੂਰਨ ਸੱਚ ਨਹੀਂ, ਮੈਂ ਨਹੀਂ ਸਮਝਦਾ ਵੀ ਪੂਰਨ ਸੱਚ ਕੋਈ ਚੀਜ਼ ਹੈਗੀ। ਹਰ ਚੀਜ਼ ਦਾ, ਹਰ ਵਿਚਾਰ ਦਾ, ਹਰ ਗੱਲ ਦਾ ਦੂਜਾ ਪਾਸਾ ਹੈਗਾ, ਦੂਜਾ ਪੱਖ ਵੀ ਉਹਦਾ ਹੈਗਾ ਆ। ਸੋ ਜਦੋਂ ਵੀ ਮੈਂ ਇਹ ਸੋਚ ਕਿ ਇੱਕ ਟਾਈਮ ਸੀ ਜਦੋਂ ਮੈਂ ਪੜ੍ਹਦਾ ਸੀ, ਪੜ੍ਹਾਉਂਦਾ ਸੀ, ਉਸ ਵੇਲੇ ਮੈਨੂੰ ਪੂਰਨ ਸੱਚ ਲੱਗਦਾ ਹੁੰਦਾ ਸੀ ਵੀ ਆਹ ਗੱਲ 100% ਸਹੀ ਆ ਔਰ ਇਹਦੇ ਲਈ ਕੋਈ ਵੀ ਕੁਝ ਵੀ ਹੋ ਜਾ ਕਰਨਾ ਬਸ। ਇਹ 올ਡ ਏਜ 'ਚ ਸ਼ੰਕੇ ਪੈਦਾ ਹੋ ਜਾਂਦੇ ਆ। ਇਹ 올ਡ ਏਜ ਨਹੀਂ ਕਹਿ ਸਕਦੇ, ਇਹ ਇਵੋਲਵ ਹੋਇਆ ਮੇਰਾ ਤਾਂ ਸਿਸਟਮ। ਜੇ ਮੈਂ ਕਹਾਂ ਨਾ ਜੀ, ਮੇਰਾ ਤਾਂ ਇਹ ਵਿਚਾਰ ਹੌਲੀ 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 ਇਹ ਮੈਨੂੰ ਦਿਮਾਗ 'ਚ ਆਉਣ ਲੱਗਾ ਪਏ ਵੀ ਪੂਰਨ ਸੱਚ ਗੱਲ ਨਹੀਂ ਹੈ, ਹਰ ਗੱਲ ਦਾ ਦੂਜਾ ਪੱਖ ਹੈਗਾ। ਜਿਹੜੀ ਚੀਜ਼ ਮੈਨੂੰ ਇਹ ਠੀਕ ਲੱਗਦੀ ਸੀ ਵੀ 100% ਸਹੀ ਹੈ, ਉਹ ਮੈਨੂੰ ਹੁਣ 100% ਸਹੀ ਨਹੀਂ ਲੱਗਦੀ ਹੈ। ਉਹ ਮੈਨੂੰ ਹੁਣ ਉਹਦਾ ਦੂਜਾ ਪੱਖ ਵੀ ਦਿਸਦਾ ਆ ਵੀ ਦੂਜਾ ਪੱਖ ਉਹਦਾ ਹੈਗਾ ਆ। ਹੁਣ ਜੇ ਕੋਈ ਇਸ ਗੱਲ ਨੂੰ ਚੈਲੰਜ ਕਰਨਾ ਚਾਹੁੰਦਾ ਵੀ ਜੀ ਨਹੀਂ ਦੂਜਾ ਪੱਖ ਹੁੰਦਾ ਨਹੀਂ ਹੈ, ਤਾਂ ਫਿਰ ਉਹਦੀ ਮਰਜ਼ੀ। ਮੈਂ ਹੁਣ ਕੀ ਕਰ ਸਕਦਾ? ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਜਾਣਦਾ ਜਿਨ੍ਹਾਂ ਨੂੰ ਆਪਣੀ ਜਵਾਨੀ ਪਹਿਰੇ ਹੀ ਦੋਨੇ ਪੱਖ ਦਿਸਦੇ ਆ। ਥਿੰਨ ਸਾਹਿਬ, ਮੈਂ ਤੁਹਾਨੂੰ ਦੱਸਾਂ ਜਵਾਨੀ ਦੇ ਵਿੱਚ ਜਾ ਕੇ, ਹੁਣ ਮੈਂ ਤੁਹਾਨੂੰ ਦੱਸਾਂ, ਫਿਰ ਮੈਂ ਬਰਟਨ ਰਸਲ ਨੂੰ ਕੋਟ ਕਰਦੇ ਆ ਜਾ ਕੇ। ਬਰਟਨ ਰਸਲ ਨੇ ਇਹ ਕਿਹਾ ਜਾ ਕੇ ਜੀ, ਉਹ ਕਹਿੰਦਾ ਆਈ ਵਿਲ ਨਾਟ ਡਾਈ ਫॉर ਮਾਈ ਬਲੀਫਸ ਬਿਕੋਜ਼ ਦੇ ਮੇ ਬੀ ਰੋਂਗ ਔਰ ਆਈ ਮੇ ਚੇਂਜ। ਹੁਣ ਬੰਦੇ ਮਰ ਜਾਂਦੇ ਆਪਣੇ ਬਲੀਫਸ ਦੇ ਲਈ, ਇੰਨੇ ਕੱਟਰ ਹੁੰਦੇ ਆ, ਬੰਬ ਲੈ ਲੈ ਕੇ ਮਰ ਜਾਂਦੇ ਆ, ਉੜ ਜਾਂਦੇ ਆ, ਫਾਂਸੀਆਂ ਚੜ੍ਹ ਜਾਂਦੇ ਆ, ਇੰਨੇ ਕੱਟਰ ਹੁੰਦੇ ਆ ਜਾ ਕੇ ਇਹ ਮੇਰਾ ਬਲੀਫ ਠੀਕ ਹੈ। ਔਰ ਉਹ ਜਿਹੜਾ ਉਹਨਾਂ ਦਾ ਬਲੀਫ ਹੁੰਦਾ ਹੈ, ਬਹੁਤ ਵੱਡੀ ਗਿਣਤੀ ਵਿੱਚ ਬੰਦੇ ਉਹ ਦੂਜੀ ਤਰ੍ਹਾਂ ਵੀ ਸੋਚਦੇ ਹੁੰਦੇ ਆ, ਦੂਜੀ ਤਰ੍ਹਾਂ ਵੀ ਸੋਚਦੇ ਹੁੰਦੇ ਆ ਜਿਹੜੇ ਹੁੰਦੇ, ਬਹੁਤ ਉਹਨਾਂ ਵਾਂਗੂ ਵੀ ਸੋਚਦੇ, ਬਹੁਤ ਉਹਨਾਂ ਵਾਂਗੂ ਵੀ ਸੋਚਦੇ ਹੁੰਦੇ ਆ। ਸੋ ਇਹਦਾ ਮਤਲਬ ਕਹਿਣ ਦਾ ਹੈਗਾ ਜਾ ਕੇ ਜਦੋਂ ਵੀ ਤੁਸੀਂ ਦੇਖਦੇ ਆ, ਤੁਸੀਂ ਉਸ ਟਾਈਮ ਦੇ ਵਿੱਚ ਦੇਖ ਸਕਦੇ ਆ ਵੀ ਇਸ ਵੇਲੇ ਮੇਰੇ ਲਈ ਇਸ ਸਿਚੁਏਸ਼ਨ ਦੇ ਵਿੱਚ ਕਿਹੜੀ ਚੀਜ਼ ਠੀਕ ਹੈ, ਉਸ ਵੇਲੇ ਜੋ ਤੁਹਾਡਾ ਦਿਮਾਗ ਕੰਮ ਕਰਦਾ। ਪਰ ਇਹ ਮੈਂ ਗੱਲ ਤਾਂ ਕੀਤੀ ਹੈ ਜਾ ਕੇ ਵੀ ਕਦੇ ਵੀ ਤੁਸੀਂ ਕਿਸੇ ਦੇ ਨਾਲ, ਮੈਂ ਇਹ ਕਹਿੰਦਾ ਜਾ ਕੇ, ਅੜੀ ਕਰਕੇ ਲੜੋ ਨਾ ਇਸ ਗੱਲ ਕਰਦੇ ਉੱਤੇ ਵੀ ਮੇਰੀ ਗੱਲ ਬਿਲਕੁਲ ਠੀਕ ਹੈ ਜਾ ਕੇ, ਮੇਰੀ ਗੱਲ ਠੀਕ ਆ। ਇਹਦੇ ਵਿੱਚ ਮੈਂ ਤਾਂ ਥਿੰਨ ਸਾਹਿਬ ਇੱਥੇ ਆ ਗਿਆ ਵੀ ਤੁਸੀਂ ਡਿਸਕਸ ਕਰ ਲਓ ਗੱਲ, ਆਰਗੂਮੈਂਟ ਕਰੋ ਹੀ ਨਾ ਜਾ ਕੇ। ਕਿਉਂਕਿ ਆਰਗੂਮੈਂਟ ਇਹ ਜਿਹੜੀ ਮੇਰੀ ਗੱਲ ਹੈ, ਜਿਹੜੀ ਮੈਂ ਤੁਹਾਨੂੰ ਕਹਿ ਰਿਹਾ, ਇਹ ਤੁਹਾਨੂੰ ਹੈਲਪ ਕਰੂਗੀ ਨਾਟ ਓਨਲੀ ਬਾਹਰ ਦੁਨੀਆ ਸਿਆਸਤ ਨੂੰ ਸਮਝਣ ਲਈ, ਤੁਹਾਨੂੰ ਆਪਣੇ ਫੈਮਿਲੀ, ਆਪਣੇ ਵਾਈਫ, ਆਪਣੇ ਬੱਚਿਆਂ ਦੇ ਨਾਲ ਡੀਲ ਕਰਨ ਦੇ ਵਿੱਚ ਵੀ ਹੈਲਪ ਕਰੂਗੀ। ਉਹਨਾਂ ਨਾਲ ਅੜਨ ਦਾ ਕੋਈ ਫਾਇਦਾ ਨਹੀਂ ਹੈ ਜਾ ਕੇ ਵੀ ਮੇਰੀ ਗੱਲ ਸਹੀ ਹੈ। ਹੋ ਸਕਦਾ ਉਹਦੀ ਵੀ ਗੱਲ ਠੀਕ ਹੋਵੇ, ਹੋ ਸਕਦਾ ਕਿ ਹੁਣ ਉਹਦਾ ਪੱਖ ਹੈ ਆਪਣਾ। ਸਹੀ ਗਲਤ ਦਾ ਇੱਕ ਵਿਊ ਹੀ ਹੈ ਤੁਹਾਡਾ। ਸਹੀ ਗੱਲ ਤੁਹਾਨੂੰ ਸਹੀ ਲੱਗਦੀ ਹੈ, ਮੈਨੂੰ ਸਹੀ ਨਹੀਂ ਲੱਗਦੀ। ਇਹ ਥੋੜ੍ਹਾ ਜ਼ਰੂਰੀ ਆ ਵੀ ਉਹ 100% ਲੱਗਦੀ ਹੈ। ਜੇ ਮੈਨੂੰ ਉਹ 100% ਸਹੀ ਲੱਗਦੀ ਹੈ ਤਾਂ ਮੇਰੇ ਤਜਰਬੇ ਨੇ ਦੱਸਿਆ ਵੀ ਨਹੀਂ 100% ਨਹੀਂ। ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਦੇ ਹਰਜਿੰਦਰ ਸਿੰਘ ਥਿੰਦ ਹੋਣਾ ਨਾਲ ਇਸ ਤਰ੍ਹਾਂ ਦੇ ਹੋਰ ਸੈਗਮੈਂਟਸ ਵੀ ਪੇਸ਼ ਕਰਦੇ ਰਹਾਂਗੇ। ਹੁਣ ਵਾਅਦੇ ਦੇ ਮੁਤਾਬਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਯਾਦਗਾਰੀ ਦੁਗਾਣਿਆਂ ਦੇ ਵਿੱਚੋਂ ਇੱਕ ਦੁਗਾਣਾ ਹਾਜ਼ਰ ਕਰਦੇ ਹਾਂ, ਜਿਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਕੈਨੇਡਾ ਅਮਰੀਕਾ ਦੇ ਦਰਸ਼ਕਾਂ ਨੂੰ ਯਾਦ ਕਰਾ ਦਿਆਂ ਕਿ ਇਸ ਵੀਕਐਂਡ ਤੇ ਐਤਵਾਰ 13 ਮਾਰਚ ਨੂੰ ਡੇ ਲਾਈਟ ਟਾਈਮ ਜਿਹੜਾ ਹੈ ਉਹ ਸ਼ੁਰੂ ਹੋ ਰਿਹਾ ਹੈ। ਘੜੀਆਂ ਆਪਣੀਆਂ 1 ਘੰਟਾ ਅੱਗੇ ਜ਼ਰੂਰ ਕਰ ਲੈਣੀਆਂ। ਪ੍ਰੋਗਰਾਮ ਚੰਗਾ ਲੱਗਾ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਅਗਲੇ ਹਫਤੇ ਤੱਕ ਸਤਿ ਸ੍ਰੀ ਅਕਾਲ।
ਇਹਨੇ ਕੀਤਾ ਕੁੜੀ ਮੁੰਡੇ ਨੂੰ ਕਹਿੰਦੀ ਹੈ ਕੱਲੀ ਨੂੰ ਲੈ ਜਾ ਕਿਤੇ ਤੂੰ ਜਿਹੜੀ ਕੁੜੀ ਮੁੰਡੇ ਨੂੰ ਮਜਬੂਰ ਕਰਦੀ ਹੈ ਉਹ ਕਹਿੰਦਾ ਪਰ ਇਹ ਲੋਕੇ ਕੀ ਲੈਣਾ ਜ਼ਮਾਨਾ ਖਰਾਬ ਹੈ ਮਾਂ ਪਿਓ ਦੀ ਰਜਾ ਤੇ ਰਹੀ ਹੈ ਲੈ ਸੋਨਾ ਕੱਲੀ ਨੂੰ ਲੈ ਜਾ थोड़ी पूछ लीजिए सोनिए पटना से कूद पड़े सोनिए पटना से कूद पड़े Thank you.